जी अस्सलाम वालेकुम। आई एम डॉक्टर मोहम्मद उस्मान। ਅੱਜ ਮੇਰਾ ਦਿਲ ਕਰਦਾ ਪਿਆ ਕਿ ਮੈਂ ਪੰਜਾਬੀ ਦੇ ਵਿੱਚ ਵੀਡੀਓ ਬਣਾਵਾਂ। ਪੰਜਾਬੀ ਸਾਡੀ ਮਾਂ ਬੋਲੀ ਹੈ ਤੇ ਸਾਨੂੰ ਇਹਦੇ 'ਚ ਇੱਕ ਆਪਣਾ ਹੀ ਮਜ਼ਾ ਆਉਂਦਾ ਬੋਲਣ ਦੇ ਵਿੱਚ ਨਾ। ਤੇ ਮੈਂ ਤਾਂ ਜਿੱਥੇ ਹੋਸਟਲ ਵਿੱਚ ਵੀ ਰਹੇ ਹਾਂ ਜ਼ਿਆਦਾਤਰ ਜਿੱਥੇ ਵੀ ਅਸੀਂ ਮੋਸਟਲੀ ਹੈ ਤੇ ਪੰਜਾਬੀ ਬੋਲਣ ਦਾ ਨਾ ਇੱਕ ਆਪਣਾ ਹੀ ਅਲੱਗ ਹੀ ਮਜ਼ਾ ਹੈਗਾ ਪੰਜਾਬੀਆਂ ਦਾ। ਤੇ ਜਦ ਤੱਕ ਪੰਜਾਬੀ ਬੋਲੀਏ ਨਾ ਸਾਨੂੰ ਮਜ਼ਾ ਹੀ ਨਹੀਂ ਆਉਂਦਾ। ਤਦ ਕਰਕੇ ਮੈਂ ਫੋਕਸ ਜ਼ਿਆਦਾ ਪੰਜਾਬੀ ਦੇ ਉੱਤੇ ਰੱਖਣਾ ਅੱਜ। ਮੈਂ ਵੀਡੀਓ ਵੀ ਅੱਜ ਪੰਜਾਬੀ ਦੇ ਵਿੱਚ ਸੋਚਿਆ ਕਿ ਬਣਾਵਾਂ। ਤੇ ਇੱਕ ਸਾਡੇ ਕੋਲ ਅੰਮਾ ਜੀ ਆਈ ਤਾਂ ਕਹਿੰਦੇ ਕਿ ਮੇਰੀ ਜਿਹੜੀ ਬੇਟੀ ਹੈ ਨਾ ਇਹਨਾਂ ਦਾ ਕੱਦ ਨਹੀਂ ਪੜਦਾ ਪਿਆ। ਅੱਛਾ ਇਹ ਬਹੁਤ ਕਾਮਨ ਮਸਲਾ ਹੈਗਾ ਹਰ ਕਿਸੇ ਨੂੰ ਤਕਰੀਬਨ ਇਹ ਵਾਲਾ ਮਸਲਾ ਹੁੰਦਾ ਕਿ ਤੁਸੀਂ ਹਰ 10 ਦੇ 'ਚ ਤਿੰਨ ਚਾਰ ਬੰਦੇ ਤੁਸੀਂ ਦੇਖੋਗੇ ਜਿਹੜੇ ਸੈਟਿਸਫਾਈ ਨਹੀਂ ਹੁੰਦੇ ਕਹਿੰਦੇ ਜੀ ਸਾਡਾ ਕੱਦ ਛੋਟਾ ਹੈਗਾ ਤੇ ਉਹ ਵੀ ਹੈ ਕਹਿੰਦੇ ਮੇਰੀ ਬੇਟੀ ਦਾ ਕੱਦ ਨਹੀਂ ਵੱਧਦਾ ਪਿਆ ਕੋਈ ਦਵਾਈ ਲਿਖ ਕੇ ਦੇ ਦਿਓ। ਅੱਛਾ ਕੱਦ ਦੇ ਬਾਰੇ ਬਹੁਤ ਸਾਰੀ ਮਿਥ ਆ ਜਿਹੜੇ ਹੈ ਨਾ ਮਨ ਗੜਤ ਕਹਾਣੀਆਂ ਜਿਹਨੂੰ ਆਪਾਂ ਕਹਿ ਲਈਏ ਉਹ ਵੀ ਹੈ ਲੋਕਾਂ ਦੀਆਂ ਕਈ ਤੇ ਉਹ ਮੈਂ ਅੱਜ ਥੋੜ੍ਹੀ ਜਿਹੀ ਕਲੀਅਰ ਕਰਨਾ ਚਾਹੁੰਦਾ ਕਿ ਯਾਰ ਜਿਹੜੀ ਸੱਚਾਈ ਹੈ ਰਿਐਲਿਟੀ ਉਹ ਲੋਕਾਂ ਤੱਕ ਪਹੁੰਚੇ। ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਕਿ ਜੀ ਕੁੜੀਆਂ ਦਾ ਕੱਦ ਜਿਹੜਾ ਹੈਗਾ ਨਾ ਬਹੁਤ ਜਲਦੀ ਬਣਨਾ ਰੁਕ ਜਾਂਦਾ ਹੈਗਾ ਤੇ ਇਹਦੇ ਵਿੱਚ ਕੋਈ ਰਿਐਲਿਟੀ ਨਹੀਂ ਹੈ ਕੁੜੀਆਂ ਦਾ ਕੱਦ ਜਾਂ ਮੁੰਡੇ ਦਾ ਕੱਦ ਤੇ ਇਹ ਡਿਪੈਂਡ ਨਹੀਂ ਕਰਦਾ ਕਿ ਕੁੜੀਆਂ ਦਾ ਪਹਿਲੇ ਰੁਕਣਾ ਹੈਗਾ ਜਾਂ ਮੁੰਡੇ ਦਾ ਪਹਿਲੇ ਰੁਕਣਾ ਇਹ ਡਿਪੈਂਡ ਕਰਦਾ ਹੈਗਾ ਤੁਹਾਡੀ ਏਜ ਦੇ ਉੱਤੇ ਤੁਹਾਡੇ ਇਹ ਜਿਹੜੀ ਹੱਡੀਆਂ ਦੇ ਦਰਮਿਆਨ ਪਲੇਟਸ ਹੁੰਦੀਆਂ ਉਹਦੇ ਉੱਤੇ ਡਿਪੈਂਡ ਕਰਦੀਆਂ ਹੈਗੀ ਹੱਡੀਆਂ ਦੇ ਦਰਮਿਆਨ ਪਲੇਟ ਤੋਂ ਮੇਰਾ ਮੁਰਾਦ ਹੈ ਕਿ ਜਿਹੜੀ ਗਰੋਥ ਪਲੇਟਸ ਹੁੰਦੀਆਂ ਜਿਹਨੂੰ ਅਸੀਂ ਮੈਡੀਕਲ ਵਿੱਚ ਗਰੋਥ ਪਲੇਟ ਕਹੀਦਾ ਉਹਦੇ ਉੱਤੇ ਡਿਪੈਂਡ ਕਰਦਾ ਹੱਡੀਆਂ ਜਦੋਂ ਆਪਸ ਵਿੱਚ ਜੁੜ ਜਾਂਦੀਆਂ ਉਸ ਤੋਂ ਬਾਅਦ ਕੱਦ ਨਹੀਂ ਵੱਧ ਸਕਦਾ ਹੈਗਾ ਬੱਚਿਆਂ ਦਾ ਉਹ ਤਕਰੀਬਨ 22 ਤੋਂ 25 ਸਾਲ ਦੇ ਦਰਮਿਆਨ ਇਹ ਜਿਹੜੀਆਂ ਹੱਡੀਆਂ ਹੁੰਦੀਆਂ ਫਿਊਜ਼ ਹੋ ਜਾਂਦੀਆਂ ਕਈ ਬੱਚਿਆਂ ਦੇ 20 ਸਾਲ ਦੇ ਵਿੱਚ ਹੱਡੀਆਂ ਫਿਊਜ਼ ਹੁੰਦੀਆਂ ਤੇ ਉਸ ਤੋਂ ਬਾਅਦ ਨਹੀਂ ਕੱਦ ਵੱਧ ਸਕਦਾ ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ ਚਾਹੇ ਮੁੰਡਾ ਚਾਹੇ ਕੁੜੀ ਹੈ ਫਿਰ ਕੱਦ ਨਹੀਂ ਵੱਧਣਾ ਹੈਗਾ ਫਿਰ ਉਹਦਾ ਕੋਈ ਫਾਇਦਾ ਨਹੀਂ ਹੈ ਜਿੰਨੀ ਮਰਜ਼ੀ ਤੁਸੀਂ ਦਵਾਈਆਂ ਵਗੈਰਾ ਇਸਤੇਮਾਲ ਕਰਦੇ ਰਹੋ। ਅੱਛਾ ਮੋਸਟਲੀ ਲੋਕਾਂ ਦਾ ਇਹ ਬੜਾ ਹੁੰਦਾ ਕਿ ਯਾਰ ਮੈਨੂੰ ਦਵਾਈ ਦਿਓ ਮੇਰਾ ਕੱਦ ਵੱਧ ਜਾਵੇ ਮੇਰੇ ਆਪਣੇ ਕੀ ਜਾਣਨੇ ਵਾਲੇ ਹੈਗੇ ਦੋਸਤ ਉਹਨਾਂ ਦਾ ਕੱਦ ਛੋਟਾ ਹੈਗਾ ਕਈ ਲੋਕ ਹੁੰਦੇ ਆ ਮਜ਼ਾਕ ਵੀ ਉਡਾਉਂਦੇ ਆ ਕਈ ਦਫਾ ਗੱਲਾਂ ਸੁਣਨੀਆਂ ਪੈਣੀਆਂ ਅਸੀਂ ਉਹਨਾਂ ਨੂੰ ਕਈ ਦਫਾ ਵੀ ਟੋਨ ਕਰ ਦਈਦਾ ਟੀਸ ਕਰ ਦਿੰਦੇ ਹੈਗੇ ਲੇਕਿਨ ਇਹ ਨਹੀਂ ਕਰਨੀ ਚਾਹੀਦੀ ਜਿਹੜੀ ਕੱਦ ਹੈ ਬਾਈ ਨੇਚਰ ਅੱਲਾਹ ਤਾਲਾ ਨੇ ਉਹਨਾਂ ਨੂੰ ਇੰਨਾ ਦਿੱਤਾ ਹੈਗਾ। ਅੱਛਾ ਤੇ ਮੋਸਟਲੀ ਜਿਹੜਾ ਫੈਕਟਰ ਡਿਪੈਂਡ ਕਰਦਾ ਉਹ ਜੈਨੇਟਿਕ ਫੈਕਟਰ ਹੁੰਦਾ ਤੁਹਾਡੇ ਅੰਮੀ ਅੱਬੂ ਦਾ ਕੱਦ ਕਿੰਨਾ ਹੈਗਾ ਅਗਰ ਉਹਨਾਂ ਦਾ ਕੱਦ ਵੱਡਾ ਹੈਗਾ ਤੁਹਾਡਾ ਆਟੋਮੈਟਿਕਲੀ ਵੱਡਾ ਹੋਏਗਾ। ਇਹ ਸਿਰਫ ਜੈਨੇਟਿਕ ਫੈਕਟਰ ਤੇ ਵੀ ਨਹੀਂ ਡਿਪੈਂਡ ਕਰਦਾ ਇਹਦੇ ਨਾਲ ਤੁਹਾਡੇ ਨਿਊਟ੍ਰੀਸ਼ਨ ਵੀ ਜ਼ਰੂਰੀ ਹੈ ਤੁਹਾਡੇ ਇਨਵਾਇਰਮੈਂਟਲ ਫੈਕਟਰ ਵੀ ਹੁੰਦੇ ਆ ਜਿਹੜੇ ਉਹਦੇ ਤੇ ਅਸਰਅੰਦਾਜ਼ ਹੋ ਰਹੇ ਹੁੰਦੇ ਤੁਹਾਡਾ ਜੈਨੇਟਿਕ ਫੈਕਟਰ ਵੀ ਸਟਰੋਂਗ ਹੋਏਗਾ ਅੰਮੀ ਅੱਬੂ ਦਾ ਕੱਦ ਵੱਡਾ ਹੋਊਗਾ ਤੇ ਤੁਹਾਡਾ ਚਾਂਸਿਸ 80 to 90% ਹੁੰਦਾ ਕਿ ਤੁਹਾਡਾ ਵੀ ਕੱਦ ਵੱਡਾ ਹੋਏਗਾ ਫਿਰ ਤੁਸੀਂ ਖੁਰਾਕ ਵੀ ਅੱਛੀ ਖਾਧੀ ਤੁਹਾਡਾ ਕੱਦ ਜ਼ਰੂਰ ਵੱਡਾ ਹੋਏਗਾ ਤੁਹਾਡਾ ਇਨਵਾਇਰਮੈਂਟ ਅੱਛਾ ਹੈਗਾ ਉਹਦੇ ਵਿੱਚ ਤੁਹਾਡਾ ਕੱਦ ਜ਼ਰੂਰ ਬੜਾ ਹੋਏਗਾ। ਇਹ ਖੁਰਾਕ ਕਈ ਲੋਕ ਹੁੰਦੇ ਕਿ ਜੀ ਇੱਕ ਰੋਟੀ ਨਹੀਂ ਇੱਕ ਦਿਨ ਨਹੀਂ ਖਾਧੀ ਰੋਟੀ ਦੋ ਦਿਨ ਨਹੀਂ ਖਾਧੀ ਕੱਦ ਛੋਟਾ ਹੋ ਜਾਏਗਾ ਤੇ ਫਿਰ ਇਸ ਹਿਸਾਬ ਨਾਲ ਗਰੀਬਾਂ ਦੇ ਨਿਆਣੇ ਤਾਂ ਫਿਰ ਬੋਨੇ ਬੋਨੇ ਰਹਿ ਜਾਣਗੇ ਫਿਰ ਤਾਂ ਅਮੀਰਾਂ ਦੇ ਨਿਆਣੇ ਵੱਡੇ ਹੋਣਗੇ ਇਹਦੇ 'ਚ ਕੋਈ ਰਿਐਲਿਟੀ ਨਹੀਂ ਹੈ ਸਮਾਂ ਤੁਸੀਂ ਦੇਖਿਆ ਹੋਵੇ ਗਰੀਬਾਂ ਦੇ ਨਿਆਣੇ ਜ਼ਿਆਦਾ ਚੰਗੇ ਭਲੇ ਹੁੰਦੇ ਜ਼ਿਆਦਾ ਸਿਹਤਮੰਦ ਹੁੰਦੇ ਆ ਜ਼ਿਆਦਾ ਉਹਨਾਂ ਦਾ ਕੱਦ ਹੁੰਦਾ ਵਾ ਜ਼ਿਆਦਾ ਫਿੱਟ ਹੁੰਦੇ ਆ ਉਹ ਤੇ ਇਹਦੇ ਤੇ ਇਹ ਨਹੀਂ ਡਿਪੈਂਡ ਕਰਦਾ ਇੱਕ ਦਿਨ ਨਾ ਖਾਓ ਕੁਛ ਹੋ ਜਾਏਗਾ ਕੱਦ ਨੂੰ ਤੇ ਤੁਸੀਂ ਇਹ ਆਰਾਮ ਦੇ ਨਾਲ ਖਾਣਾ ਖਾਣਾ ਹੁੰਦਾ ਮਤਲਬ ਕਿ ਤੁਸੀਂ ਇਹ ਖਾਣੇ ਦੀ ਇਹ ਬੈਲੈਂਸ ਨਿਊਟ੍ਰੀਸ਼ਨ ਜਿਹੜਾ ਹੁੰਦਾ ਨਾ ਉਹ ਤੁਸੀਂ ਰੱਖਣੀ ਹੁੰਦੀ ਹੈ ਮੁਕੰਮਲ ਗਜ਼ਾ ਤੁਸੀਂ ਇਸਤੇਮਾਲ ਕਰਨੀ ਹੁੰਦੀ ਹੈ। ਇਹ ਨਹੀਂ ਕਿ ਤੁਸੀਂ ਇੱਕ ਚੀਜ਼ ਖਾਓ ਨਾ ਤੁਹਾਡਾ ਕੱਦ ਵੱਡਾ ਹੋ ਜਾਏਗਾ ਇੱਕ ਚੀਜ਼ ਨਾਲ ਕਦੀ ਕੱਦ ਵੱਡਾ ਨਹੀਂ ਹੁੰਦਾ ਇੱਕ ਬੈਲੈਂਸ ਨਿਊਟ੍ਰੀਸ਼ਨ ਹੋਣੀ ਚਾਹੀਦੀ ਜਿਹਦੇ ਨਾਲ ਤੁਹਾਡੇ ਇਹ ਕੱਦ ਦੀ ਬੜੋਤੀ ਦੇ ਵਿੱਚ ਫਾਇਦਾ ਹੁੰਦਾ। ਅੱਛਾ ਉਸ ਤੋਂ ਬਾਅਦ ਲੋਕਾਂ ਦੀ ਇਹ ਮਿਥ ਹੁੰਦੀ ਹੈ ਜੀ ਕਿ ਇਹ ਤੁਸੀਂ ਜਿਮ ਜਾਣ ਲੱਗ ਪਓ ਤੁਹਾਡਾ ਕੱਦ ਛੋਟਾ ਹੋ ਜਾਏਗਾ ਬਾਈ ਜਿਮ ਜਾਣ ਦੇ ਨਾਲ ਕੱਦ ਛੋਟਾ ਹੋਣ ਦਾ ਕੋਈ ਫਰਕ ਨਹੀਂ ਪੈਂਦਾ ਹੈਗਾ ਤੁਸੀਂ ਜਿਮ ਜਾਓ ਭਾਵੇਂ 12 14 ਸਾਲ 15 ਸਾਲ ਦੀ ਉਮਰ ਦਾ ਬੱਚਾ ਜਿਮ ਜਾਣ ਲੱਗ ਪਏ ਉਹਦਾ ਕੋਈ ਫਰਕ ਨਹੀਂ ਪੈਂਦਾ ਜਿਮ ਦੇ ਵਿੱਚ ਤੁਸੀਂ ਫਿਟ ਆਪਣੇ ਆਪ ਨੂੰ ਰੱਖਣ ਵਾਸਤੇ ਜਿਮ ਜਾਂਦੇ ਹੋ ਉਹਦੇ ਵਿੱਚ ਭੱਜੋ ਦੌੜੋ ਹਾਲਾਂਕਿ ਸਮਾਂ ਕਿ ਜਿੰਨੇ ਤੁਸੀਂ ਫਿਜ਼ੀਕਲ ਐਕਟੀਵਿਟੀ ਕਰਦੇ ਹੋ ਉਹਨੇ ਤੁਹਾਡੇ ਚਾਂਸਿਸ ਜ਼ਿਆਦਾ ਹੁੰਦੇ ਕੱਦ ਵੱਡੇ ਹੋਣ ਦੇ ਤੇ ਫਿਜ਼ੀਕਲ ਐਕਟੀਵਿਟੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ ਲੇਕਿਨ ਅੱਜ ਕੱਲ੍ਹ ਦੇ ਬੱਚਿਆਂ ਦੇ ਵਿੱਚ ਫਿਜ਼ੀਕਲ ਐਕਟੀਵਿਟੀ ਬਹੁਤ ਜ਼ਿਆਦਾ ਘੱਟ ਹੈਗੀ ਹੈ ਮੋਟਾਪਾ ਬਹੁਤ ਜਲਦੀ ਆ ਜਾਂਦਾ ਹੈਗਾ ਫਿਜ਼ੀਕਲ ਐਕਟੀਵਿਟੀ ਕੱਦ ਨੂੰ बढ़ाਉਣ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਅੱਛਾ ਕਈ ਹੁੰਦੇ ਕਿ ਜੀ ਅਸੀਂ ਜੋ ਸਟ੍ਰੈਚਿੰਗ ਕਰਾਂਗੇ ਉਹਦੇ ਨਾਲ ਸਾਡੀ ਕੱਦ ਵੱਡਾ ਹੋ ਜਾਏਗਾ ਬਾਈ ਸਟ੍ਰੈਚਿੰਗ ਨਾਲ ਕੱਦ ਵੱਡਾ ਨਹੀਂ ਹੁੰਦਾ ਜਿਹੜੇ ਕਹਿੰਦੇ ਨਾ ਪੱਠੇ ਐਕਸਰਸਾਈਜ਼ ਕਰਦੇ ਆ ਜੀ ਸਟ੍ਰੈਚਿੰਗ ਮਸਲ ਦੀ ਕਰਦੇ ਆ ਉਹਦਾ ਕੱਦ ਵੱਡਾ ਨਹੀਂ ਹੁੰਦਾ ਕੱਦ ਉਸ ਟਾਈਮ ਤੱਕ ਹੀ ਵੱਡਾ ਹੋਣਾ ਜਦ ਤੱਕ ਤੁਹਾਡੀ ਗਰੋਥ ਪਲੇਟ ਫਿਊਜ਼ ਨਹੀਂ ਕੀਤੀਆਂ ਜਦੋਂ ਤੁਹਾਡੀਆਂ ਗਰੋਥ ਪਲੇਟਾਂ ਫਿਊਜ਼ ਕਰ ਗਈਆਂ ਹੱਡੀਆਂ ਵਾਲੀਆਂ ਉਸ ਤੋਂ ਬਾਅਦ ਤੁਹਾਡਾ ਕੱਦ ਨਹੀਂ ਵੱਡਾ ਹੋਣਾ ਚਾਹੇ ਤੁਸੀਂ ਜੋ ਮਰਜ਼ੀ ਕਰੀ ਜਾਓ। ਕੌਫੀ ਪੀਣ ਦੇ ਨਾਲ ਜੀ ਕੱਦ ਵੱਡਾ ਹੋ ਜਾਂਦਾ ਇਹਦੇ ਨਾਲ ਵੀ ਕੋਈ ਸਾਇੰਟੀਫਿਕਲੀ ਕੋਈ ਪ੍ਰੂਵ ਨਹੀਂ ਹੈਗਾ ਕੌਫੀ ਪੀਣ ਨਾਲ ਕੱਦ ਵੱਡਾ ਹੋ ਜਾਏਗਾ ਇਹਦੇ ਵਿੱਚ ਵੀ ਫੇਕ ਇਹ ਵੀ ਲੋਕਾਂ ਦੇ ਵਿੱਚ ਹੈਗਾ ਜਿਹੜਾ ਕੱਦ ਵੱਡਾ ਹੁੰਦਾ ਜੀ ਉਹਨਾਂ ਦੀ ਉਮਰਾਂ ਘੱਟ ਹੁੰਦੀਆਂ ਬਾਈ ਇਹ ਵੀ ਬਿਲ ਤਾਂ ਨਹੀਂ ਕਿੱਥੋਂ ਫਜ਼ੂਲ ਕਹਿੰਦੇ ਗੱਲ ਚਲਾ ਛੱਡੀ ਕਿ ਜਿਹਦਾ ਕੱਦ ਵੱਡਾ ਹੈ ਉਹਦੀ ਉਮਰ ਘੱਟ ਹੁੰਦੀ ਇਹਦਾ ਕੋਈ ਇਫੈਕਟ ਨਹੀਂ ਹੈਗਾ ਬਾਈ ਇਹ ਜ਼ਿੰਦਗੀ ਔਰ ਮੌਤ ਸਿਰਫ ਅੱਲਾ ਦੇ ਹੱਥ ਦੇ ਵਿੱਚ ਅੱਲਾ ਨੂੰ ਪਤਾ ਕਿ ਇਸ ਬੰਦੇ ਨੇ ਕਿੰਨਾ ਜੀਣਾ ਹੈਗਾ ਕੱਦ ਦੇ ਨਾਲ ਇਹਦਾ ਕੋਈ ਤਾਲੁਕ ਨਹੀਂ ਹੈਗਾ। ਤੇ ਇਹ ਜੋ ਕੁਛ ਮਿਸਕਨਸੈਪਸ਼ਨ ਹੁੰਦੀਆਂ ਲੋਕਾਂ ਦੇ ਵਿੱਚ ਹੁਣ ਸਾਡੇ ਕੋਲ ਬੱਚੇ ਹੁੰਦੇ ਕਈ ਕਈ ਪੇਰੈਂਟਸ ਆਉਂਦੇ ਹੈਗੇ ਓਪੀਡੀ ਦੇ ਵਿੱਚ ਵੈਸੇ ਉਹ ਕਹਿੰਦੇ ਆ ਜੀ ਕਈ ਦਫਾ ਕਿ ਸਾਡੇ ਬੱਚਿਆਂ ਨੂੰ ਕੋਈ ਟੀਕੇ ਲਾ ਦਿਓ ਜੀ ਸਾਡੇ ਬੱਚੇ ਵੱਡੇ ਹੋ ਜਾਣ ਇਹਨਾਂ ਦਾ ਕੱਦ ਵੱਡਾ ਹੋ ਜਾਵੇ ਗਰੋਥ ਹਾਰਮੋਨ ਦੇ ਟੀਕੇ ਲਾ ਦਿਓ ਜੀ ਇਹਨਾਂ ਦਾ ਕੱਦ ਵੱਡਾ ਹੋ ਜਾਵੇ ਭਾਈ ਕੱਦ ਵੱਡਾ ਹੋਣ ਦੀ ਇੱਕ ਉਮਰ ਹੁੰਦੀ ਹੈ ਜਦੋਂ ਉਹ ਉਮਰ ਲੰਘ ਗਈ ਉਸ ਤੋਂ ਬਾਅਦ ਨਹੀਂ ਕੱਦ ਵੱਡਾ ਹੋ ਸਕਦਾ ਹਾਂ ਜਦੋਂ ਬੱਚੇ ਦੀ ਉਮਰ ਥੋੜ੍ਹੀ ਹੈ ਉਸ ਵੇਲੇ ਤੁਸੀਂ ਚੈੱਕਅਪ ਕਰਵਾਓ ਫਿਰ ਪਤਾ ਚੱਲੇ ਕਿਤੇ ਜੀ ਇਹਦਾ ਕਿ ਵਾਈਟਾਮਿਨ ਦੀ ਕੋਈ ਕਮੀ ਤਾਂ ਨਹੀਂ ਹੈ ਜਿਸਮ ਦੇ ਵਿੱਚ ਇਹਦੀ ਕੋਈ ਫਿਜ਼ੀਕਲ ਐਕਟੀਵਿਟੀ ਘੱਟ ਤਾਂ ਨਹੀਂ ਹੈ ਇਹ ਚੀਜ਼ ਬੜਾ ਇਫੈਕਟ ਕਰਦੀ ਹੈਗੀ ਫਿਰ ਤੁਸੀਂ ਆਪਣਾ ਕੱਦ ਵੀ ਦੇਖਣਾ ਹੈਗਾ ਪੇਰੈਂਟਸ ਦਾ ਕੱਦ ਕਿੱਦਾਂ ਹੈਗਾ ਕਿ ਪੇਰੈਂਟਸ ਦਾ ਕੱਦ ਕਿਤੇ ਛੋਟਾ ਤਾਂ ਨਹੀਂ ਹੈਗਾ ਅਗਰ ਪੇਰੈਂਟਸ ਦਾ ਕੱਦ ਛੋਟਾ ਹੈਗਾ ਤਾਂ ਜ਼ਿਆਦਾਤਰ ਚਾਂਸਿਸ ਇਹ ਹੀ ਹੁੰਦੇ ਕਿ ਬੱਚਿਆਂ ਦਾ ਕੱਦ ਵੀ ਛੋਟਾ ਹੋਏਗਾ
लेकिन अगर ਉਹਦੀ ਖਾਣਾ ਖੁਰਾਕ ਅੱਛੀ ਹੈ, এনवायरमेंट अच्छा, फिजिकल एक्टिविटी अच्छी है, तो ਉਹਦਾ ਕੱਦ ਥੋੜਾ ਜਿਹਾ ਵੱਡਾ ਵੀ ਹੋ ਸਕਦਾ ਹੈਗਾ। तो नॉर्मल ਹੁਣ ਸਾਡੇ ਤੁਸੀਂ ਜ਼ਿਆਦਾਤਰ ਬੱਚੇ ਦੇਖੋਗੇ ਉਹੀ 5 ਤੋਂ 6 ਫੁੱਟ ਦੇ ਦਰਮਿਆਨ ਹੀ ਤੁਰੇ ਫਿਰਦੇ ਹੁੰਦੇ ਆ। ਹੁਣ ਆਲਮ ਚੱਲਣਾ ਕਿ ਕੋਈ ਹੁੰਦਾ ਹਾਂ, ਨੋ ਡਾਊਟ ਜਿਹੜਾ ਵੱਡਾ ਕੱਦ ਹੁੰਦਾ ਉਹ ਥੋੜਾ ਜਿਹਾ ਅੱਛਾ ਵੀ ਲੱਗਦਾ, ਅਟਰੈਕਟਿਵ ਵੀ ਲੱਗਦਾ। ਜਿਹੜਾ 6 ਫੁੱਟ ਤੋਂ ਉੱਤੇ ਕੱਦ ਹੋਵੇ, 6 6 2 ਇਹ ਅੱਛੇ ਕੱਦ ਲੱਗਦੇ। 6 ਇੰਚ ਵੀ ਬੜਾ ਅੱਛਾ ਕੱਦ ਹੁੰਦਾ। ਲੇਕਿਨ ਇਹ ਹੈ ਕਿ ਹੁਣ ਹਰ ਕਿਸੇ ਦਾ ਕੱਦ ਇੱਕ ਤਰ੍ਹਾਂ ਦਾ ਥੋੜੀ ਹੋਏਗਾ। ਹਰ ਕਿਸੇ ਨੂੰ ਅੱਲਾਹ ਤਾਲਾ ਨੇ ਇੱਕ ਤਰ੍ਹਾਂ ਦਾ ਥੋੜੀ ਬਣਾਇਆ। ਕਿਸੇ ਵਿੱਚ ਕੋਈ ਇਹ ਖਸੂਸੀਆਂ ਦਿੱਤੀਆਂ ਹੋਈਆਂ, ਕਿਸੇ ਵਿੱਚ ਕੋਈ ਖਸੂਸੀਆਂ ਦਿੱਤੀਆਂ ਹੋਈਆਂ। ਹੁਣ ਇੱਕ ਬੰਦਾ ਕਦੇ ਵੀ ਕੋਈ ਕੰਪਲੀਟ ਨਹੀਂ ਹੋ ਸਕਦਾ ਕਿ ਸਾਰੀਆਂ ਖਸੂਸੀਅਤ ਮੇਰੇ ਵਿੱਚ ਆਇਆ, ਨਹੀਂ ਇੱਦਾਂ ਦਾ ਕੋਈ ਵੀ ਨਹੀਂ ਹੁੰਦਾ ਬਈ। ਅਗਰ ਤੁਹਾਨੂੰ ਅੱਲਾਹ ਨੇ ਕੱਦ ਛੋਟਾ ਰੱਖਿਆ ਹੈ, ਕਿ ਹੋਰ ਕੰਮ ਤੁਹਾਨੂੰ ਜ਼ਿਆਦਾ ਅੱਛਾ ਕੀਤਾ ਹੋਏਗਾ। ਕੋਈ ਇੱਕ ਨੇ ਖਸੂਸੀਅਤ ਜ਼ਰੂਰ ਦਿੱਤੀ ਹੋਏਗੀ ਜਿਹਦੇ ਤੁਸੀਂ ਜ਼ਿਆਦਾ ਅੱਛੇ ਹੋਵੋਗੇ। ਤੇ ਕੱਦ ਦੀ ਕੋਈ ਜ਼ਿਆਦਾ ਟੈਨਸ਼ਨ ਨਹੀਂ ਲੈਣੀ ਹੈਗੀ। ਲੋਕਾਂ ਨੂੰ ਬਹੁਤ ਫਿਕਰ ਹੁੰਦੀ ਕਿ ਬਾਈ ਇਹ ਕੱਦ ਨਹੀਂ ਸਾਡਾ ਵੱਧਦਾ ਪਿਆ, ਕੱਦ ਛੋਟਾ ਰਹਿ ਗਿਆ। ਅੱਜ ਕੱਲ੍ਹ ਵੈਸੇ ਮਾਰਕੀਟ ਵਿੱਚ ਬੰਦੇ ਤੇ ਮੁੰਡੇ ਤੇ ਕੁੜੀਆਂ ਤੋਂ ਛੋਟੇ ਛੋਟੇ ਕੱਦਾਂ ਦੇ ਹੀ ਆ ਰਹੇ ਹੈਗੇ। ਤੁਸੀਂ ਦੇਖਿਆ ਹੋਣਾ ਕੁੜੀਆਂ ਤੋਂ ਜ਼ਿਆਦਾ ਛੋਟੀਆਂ ਹੋਈਆਂ ਪਈਆਂ। ਚਲੋ ਇਸ ਦੇ ਨਾਲ ਇਹੀ ਸੀ ਜੋ ਮੈਂ ਤੁਹਾਨੂੰ ਮੈਸੇਜ ਕਨਵੇ ਕਰਨਾ ਸੀ। ਇਹਦੇ ਨਾਲ ਖਿਆਲ ਰੱਖੋ ਆਪਣਾ, ਆਪਣੇ ਬੱਚਿਆਂ ਦਾ। ਟੇਕ ਕੇਅਰ, ਅੱਲਾ ਨਿਗਹਿਬਾਨ, ਫੀ ਅਮਾਨਿल्लाह।